ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਆਖਿਰ ਆਰਐਸਐਸ ਦਾ ਸ਼੍ਰੀ ਗੁਰੂ ਸਿੰਘ ਸਭਾ ਸਾਊਥ ਹਾਲ ਨੂੰ ਲੈ ਕੇ ਕੀ ਏਜੰਡਾ ਹੋ ਸਕਦਾ ਹੈ, ਇਹਦੇ ਬਾਰੇ ਮੈਂ ਤੁਹਾਨੂੰ ਅੱਜ ਇੱਕ ਫੈਕਟਸ ਐਂਡ ਫਿਗਰਸ ਦੇ ਉੱਤੇ ਗੱਲ ਦੱਸਣੀ ਹੈ। ਜਿਹੜੇ ਵੀ ਮਾਈ ਭਾਈ ਦੇ ਮਨ ਦੇ ਵਿੱਚ ਦਿਲ ਦੇ ਵਿੱਚ ਸਿੱਖ ਪੰਥ ਪ੍ਰਤੀ ਥੋੜਾ ਬਹੁਤਾ ਪਿਆਰ ਹੈ, ਉਹ ਇਸ ਗੱਲ ਨੂੰ ਅਖੀਰ ਤੱਕ ਸੁਣਨਗੇ, ਸਮਝਣਗੇ ਅਤੇ ਇਹਦੇ ਉੱਤੇ ਐਕਟ ਵੀ ਕਰਨਗੇ ਤੇ ਸੁਨੇਹਾ ਬਾਕੀਆਂ ਤੱਕ ਵੀ ਪੁੱਜਦਾ ਕਰਨਗੇ। ਇਸੇ ਮਹੀਨੇ ਯਾਨੀ ਕਿ 20 ਸਤੰਬਰ 2022 ਨੂੰ ਸੁਪਰੀਮ ਕੋਰਟ ਆਫ ਇੰਡੀਆ ਨੇ ਇੱਕ 1920 ਦੇ ਗੁਰਦੁਆਰਾ ਐਕਟ ਤੇ ਹੋਰ ਜਿੰਨੀਆਂ ਕਨਸਟੀਟਿਊਸ਼ਨਲ ਬਾਉਂਡਰੀ ਸੀ ਉਹਨੂੰ ਛਿੱਕੇ ਤੇ ਟੰਗਦੇ ਹੋਏ ਸਿੱਖਾਂ ਦੇ 40 ਤੋਂ ਵੱਧ ਗੁਰਦੁਆਰਿਆਂ ਦਾ ਕੰਟਰੋਲ ਆਪਣੇ ਗੁਰਗਿਆਂ ਦੇ ਹੱਥ ਵਿੱਚ ਦੇ ਦਿੱਤਾ। ਇਹ ਗੁਰਦੁਆਰਾ ਕੰਟਰੋਲ ਲੈਣ ਤੋਂ ਪਹਿਲਾਂ ਇਹ ਸਾਰੇ ਲੋਕੀ ਇੱਕੇ ਗੱਲ ਦਾ ਪ੍ਰੋਪੇਗੈਂਡਾ ਕਰ ਰਹੇ ਸੀ। ਮੌਜੂਦਾ ਜਿਹੜਾ ਪ੍ਰਬੰਧ ਚੱਲ ਰਿਹਾ ਸੀ ਉਹਨਾਂ ਨੂੰ ਇਹ ਕਹਿ ਕੇ ਕਿ ਆਰਐਸਐਸ ਸੋ ਬੇਸਿਕਲੀ ਉਹ ਖੁਦ ਆਰਐਸਐਸ ਦੇ ਨਾਲ ਐਸੋਸੀਏਟਡ ਵੀ ਸੀ ਤੇ ਆਰਐਸਐਸ ਦੀਆਂ ਡਾਇਰੈਕਸ਼ਨਸ ਦੇ ਉੱਤੇ ਕੰਮ ਕਰ ਰਹੇ ਸੀ। ਤੇ ਜਿਸ ਦਿਨ ਇਹਨਾਂ 40 ਗੁਰਦੁਆਰਿਆਂ ਦਾ ਕੰਟਰੋਲ ਉਹਨਾਂ ਨੂੰ ਸੁਪਰੀਮ ਕੋਰਟ ਦੇ ਰਾਹੀਂ ਮਿਲਿਆ, ਉਸੇ ਦਿਨ ਉਹਨਾਂ ਨੇ ਹਰਿਆਣਾ ਦੇ ਸੀਐਮ ਦਾ ਜਾ ਕੇ ਧੰਨਵਾਦ ਕੀਤਾ, ਮਨੋਹਰ ਲਾਲ ਖੱਟਰ, ਜੋ ਕਿ ਆਰਐਸਐਸ ਦੇ ਕੈਡਰ ਦੇ ਵਿੱਚੋਂ ਭਰਤੀ ਹੋਏ ਇੱਕ ਸੀਐਮ ਨੇ। ਤੇ ਉਹਨਾਂ ਨੇ ਕੀ ਕਿਹਾ ਉਹ ਵੀ ਸੁਣ ਲਓ। Manohar Lal Khattar said that his government was working in the interest of Sikhs and assured the delegation that all possible help would be extended in the future as well. ਹਾਲੇ ਇਸ ਗੱਲ ਨੂੰ ਵੀ ਸਾਲ ਹੀ ਮਸਾਂ ਹੋਇਆ ਹੈ ਜਦੋਂ ਦਿੱਲੀ ਦੀ ਗੁਰਦੁਆਰਾ ਮੈਨੇਜਮੈਂਟ ਕਮੇਟੀ ਨੂੰ ਆਰਐਸਐਸ ਨੇ ਆਪਣੇ ਕੰਟਰੋਲ ਦੇ ਵਿੱਚ ਲੈ ਲਿਆ ਤੇ ਬੜੀ ਖਤਰਨਾਕ ਸਿਚੁਏਸ਼ਨ ਸੀ ਜਿਸ ਵੇਲੇ ਦਿੱਲੀ ਗੁਰਦੁਆਰਾ ਮੈਨੇਜਮੈਂਟ ਕਮੇਟੀ ਦਾ ਪ੍ਰੈਜ਼ੀਡੈਂਟ, ਸਿਟਿੰਗ ਪ੍ਰੈਜ਼ੀਡੈਂਟ ਨੇ ਜਾ ਕੇ ਉਹਨਾਂ ਦੀ ਜਿਹੜੀ ਪੋਲੀਟੀਕਲ ਆਰਐਸਐਸ ਦੀ ਪੋਲੀਟੀਕਲ ਫੇਸ ਹੈ ਬੀਜੇਪੀ, ਉਹ ਜੁਆਇਨ ਕਰ ਲਿਆ। ਮਨਜਿੰਦਰ ਸਿਰਸਾ, ਤੁਹਾਨੂੰ ਸਾਰਿਆਂ ਨੂੰ ਪਤਾ ਹੋਏਗਾ। ਸੋ ਹੁਣ ਮੈਂ ਤੁਹਾਨੂੰ ਇਹ ਦੋਨੇ ਗੱਲਾਂ ਕਿਉਂ ਦੱਸੀਆਂ ਨੇ, ਕਿਉਂਕਿ ਜਿਹੜੀ ਤੀਜੀ ਗੱਲ ਹੈ ਉਹ ਹੋਣ ਜਾ ਰਹੀ ਹੈ ਸ਼੍ਰੀ ਗੁਰੂ ਸਿੰਘ ਸਭਾ ਸਾਊਥ ਹਾਲ ਦੇ ਵਿੱਚ। ਸ਼੍ਰੀ ਗੁਰੂ ਸਿੰਘ ਸਭਾ ਦੇ ਵਿੱਚ ਆਰਐਸਐਸ ਜਿਹੜੀਆਂ ਆਪਣੀਆਂ ਨੀਤੀਆਂ ਨੂੰ ਲਾਗੂ ਕਰਾਉਣਾ ਚਾਹੁੰਦੀ ਸੀ ਉਹ ਨਹੀਂ ਕਰਾ ਪਾਈ। ਸੋ ਉਹਨਾਂ ਨੇ ਸਭ ਤੋਂ ਪਹਿਲਾਂ ਤਾਂ ਮੌਜੂਦਾ ਕਮੇਟੀ ਨੂੰ ਤੋੜਨ ਦੀ ਕੋਸ਼ਿਸ਼ ਕੀਤੀ। ਉਸ ਤੋਂ ਬਾਅਦ ਜਿਹੜਾ ਮੌਜੂਦਾ ਕਮੇਟੀ ਦੇ ਵਿੱਚ ਜਿਹੜਾ ਸ਼ੇਅਰ ਗਰੁੱਪ ਜਿਹੜਾ ਚੱਲ ਰਿਹਾ ਉਸ ਨੂੰ ਤੋੜਨ ਦੀ ਕੋਸ਼ਿਸ਼ ਕੀਤੀ। ਜਦੋਂ ਇਹ ਸਾਰੀਆਂ ਤਰਕੀਬਾਂ ਕਾਮਯਾਬ ਨਹੀਂ ਹੋਈਆਂ ਤਾਂ ਆਰਐਸਐਸ ਨੇ ਆਪਣੀ ਅਗਲੀ ਚਾਲ ਚੱਲੀ। ਇਹਨਾਂ ਨੇ ਇੱਕ ਪੰਥਕ ਏਕਤਾ ਦੇ ਨਾਂ ਦੇ ਉੱਤੇ, ਮੈਂ ਤਾਂ ਕਹਾਂਗਾ ਅਖੌਤੀ ਪੰਥਕ ਏਕਤਾ ਦੇ ਨਾਂ ਦੇ ਉੱਤੇ ਇੱਕ ਮੀਟਿੰਗ ਰੱਖੀ 11 ਸਤੰਬਰ 2022 ਨੂੰ ਸਾਊਥ ਹਾਲ ਦੀ ਇੱਕ ਜਗ੍ਹਾ ਦੇ ਵਿੱਚ। ਤੇ ਸਟੇਜ ਦੇ ਉੱਤੋਂ ਜਿਹੜੀਆਂ ਫੋਟੋਗ੍ਰਾਫਸ ਤੁਸੀਂ ਵੇਖੋਗੇ ਇਹ ਬਹੁਤ ਸ਼ੌਕਿੰਗ ਹੈ, ਇਹ ਬਹੁਤ ਖਤਰਨਾਕ ਗੱਲ ਹੈ ਤੇ ਸਾਨੂੰ ਜਾਗਣ ਦੀ ਤੇ ਸਮਝਣ ਦੀ ਗੱਲ ਹੈ। ਇਸ ਸਟੇਜ ਦੇ ਉੱਤੇ ਬੈਠੇ ਨੇ ਬੀਜੇਪੀ ਦੇ ਇੰਗਲੈਂਡ ਦੇ ਵਾਈਸ ਪ੍ਰੈਜ਼ੀਡੈਂਟ। ਤੁਸੀਂ ਇਹ ਜਾਣ ਕੇ ਹੈਰਾਨ ਤੇ ਪਰੇਸ਼ਾਨ ਨਾ ਹੋਵੋ, ਬਲਕਿ ਸਮਝਣ ਦੀ ਕੋਸ਼ਿਸ਼ ਕਰੋ ਕਿ ਆਰਐਸਐਸ ਬੀਜੇਪੀ ਸਾਡੇ ਧਾਰਮਿਕ ਕੰਮਾਂ ਦੇ ਵਿੱਚ ਕਿਸ ਤਰੀਕੇ ਦੀ ਦਖਲਅੰਦਾਜ਼ੀ ਤੇ ਕਿਸ ਪੱਧਰ ਦੀ ਦਖਲਅੰਦਾਜ਼ੀ ਕਰ ਰਹੀ ਹੈ। ਇੱਕ ਬੀਜੇਪੀ ਆਰਐਸਐਸ ਦਾ ਆਫਿਸ ਬੇਅਰਰ ਉਹ ਇੱਕ ਸ਼ਰੇਆਮ ਤਰੀਕੇ ਦੇ ਨਾਲ ਇੱਕ ਇਹ ਜੀ ਅਖੌਤੀ ਪੰਥਕ ਮੀਟਿੰਗ ਦੇ ਵਿੱਚ ਬੈਠਦਾ। ਉੱਥੇ ਬੈਠ ਕੇ ਇਹਨਾਂ ਦੀਆਂ ਕੀ ਐਸੋਸੀਏਸ਼ਨਸ ਨੇ, ਕੀ ਫਿਊਚਰ ਪਲਾਨਸ ਨੇ, ਇਹਨਾਂ ਦੀਆਂ ਕੀ ਆਪਸ ਦੇ ਵਿੱਚ ਇਹਨਾਂ ਦੀ ਪਾਰਟਨਰਸ਼ਿਪਸ ਨੇ। ਇਹ ਬਹੁਤ ਖਤਰਨਾਕ ਤੇ ਬੜੀ ਇੱਕ ਸੋਚਣ ਦਾ, ਸਮਝਣ ਦਾ ਤੇ ਗੱਲਬਾਤ ਕਰਨ ਦਾ ਵਿਸ਼ਾ ਹੈ। ਹੁਣ ਸਵਾਲ ਇਹ ਉੱਠਦਾ ਕਿ ਬੀਜੇਪੀ ਤੇ ਆਰਐਸਐਸ ਦਾ ਇੱਥੇ ਕੀ ਇੰਟਰਸਟ ਹੈ। ਉਹਨਾਂ ਦਾ ਸੇਮ ਉਹੀ ਇੰਟਰਸਟ ਹੈ ਜਿਹੜਾ ਇੰਟਰਸਟ ਉਹਨਾਂ ਦਾ ਦਿੱਲੀ ਕਮੇਟੀ ਦੇ ਵਿੱਚ ਆਪਣੇ ਹੱਥਾਂ ਦੇ ਵਿੱਚ ਸਿਸਟਮ ਲੈਣ ਦਾ ਸੀ। ਜਿਹੜੇ ਇੱਥੇ ਕਾਰਜ ਹੋ ਰਹੇ ਨੇ, ਜਿਹੜੀ ਇੱਥੇ ਪੰਥਕ ਗੱਲਾਂ ਹੋ ਰਹੀਆਂ ਨੇ, ਜਿਹੜੇ ਇੱਥੇ ਪੰਥਕ, ਤੁਹਾਡੇ ਸਾਰਿਆਂ ਦੇ ਹੱਥਾਂ 'ਚ ਮੋਬਾਈਲ ਨੇ। ਆਪਾਂ ਇੱਕ ਵੀ ਗੱਲ ਬਿਨਾਂ ਕਿਸੇ ਫੈਕਟਸ ਤੋਂ ਨਹੀਂ ਕਹਿ ਰਹੇ, ਕੌਮ ਨੂੰ ਜਗਾਉਣ ਦੀ ਕੋਸ਼ਿਸ਼ ਕਰ ਰਹੇ ਹਾਂ, ਸੱਚੀ ਗੱਲ ਤੁਹਾਡੇ ਸਾਹਮਣੇ ਪ੍ਰੈਜ਼ੈਂਟ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ। ਮੈਂ ਆਪਣਾ ਕੰਮ ਇਮਾਨਦਾਰੀ ਦੇ ਨਾਲ ਤੇ ਤਨਦੇਹੀ ਦੇ ਨਾਲ ਕਰ ਰਿਹਾ। ਇਸ ਨੂੰ ਤੁਸੀਂ ਕ੍ਰਾਸ ਚੈੱਕ ਕਰ ਸਕਦੇ ਹੋ। ਹੋਰ ਤੁਹਾਨੂੰ ਇੱਕ ਮੈਂ ਗੱਲ ਦੱਸਦਾ, ਇਹ ਵੀ ਬੜੀ ਇੰਟਰਸਟਿੰਗ ਗੱਲ ਹੈ। ਆਰਐਸਐਸ ਦਾ ਜਿਹੜਾ ਚੀਫ ਹੈ ਪੂਰੇ ਇੰਡੀਆ ਦਾ, ਉਹਦਾ ਨਾਮ ਹੈਗਾ ਮੋਹਨ ਭਾਗਵਤ। ਤੇ ਕੱਲ ਯਾਨੀ ਕਿ 25 ਸਤੰਬਰ ਨੂੰ ਉਹਨਾਂ ਨੇ ਇੱਕ ਬਿਆਨ ਦਿੱਤਾ ਕਿ ਹਿੰਦੁਸਤਾਨ ਦੇ ਵਿੱਚ ਰਹਿਣ ਵਾਲਾ, ਚਾਹੇ ਉਹ ਹਿੰਦੂ ਧਰਮ, ਉਹਨੂੰ ਧਰਮ ਬਦਲਣ ਦੀ ਲੋੜ ਨਹੀਂ ਹੈਗੀ, ਸਾਰੇ ਹਿੰਦੂ ਨੇ। ਸੋ ਇਹ ਆਰਐਸਐਸ ਦੇ ਜਿਹੜੇ ਚੀਫ ਨੇ ਉਹਨਾਂ ਦੀ ਸਿੱਖ ਕੌਮ ਪ੍ਰਤੀ ਇਹ ਸੋਚ ਹੈ ਤੇ ਬਾਕੀ ਕੌਮਾਂ ਪ੍ਰਤੀ ਵੀ। ਹਾਲਾਂਕਿ ਆਪਣੀ ਆਇਡੈਂਟੀਟੀ ਲਈ, ਆਪਣੀ ਇੱਕ ਵੱਖਰੀ ਪਹਿਚਾਣ ਦੇ ਲਈ ਹਜ਼ਾਰਾਂ ਸ਼ਹੀਦਾਂ ਨੇ ਕੁਰਬਾਨੀਆਂ ਕੀਤੀਆਂ ਨੇ। ਪੰਜਾਬ ਦੇ ਵਿੱਚ ਕਿੱਡੀ ਵੱਡੀ ਜੰਗ ਚੱਲੀ, ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂ ਵਾਲੇ, ਉਹਨਾਂ ਦੀ ਰਹਿਨੁਮਾਈ ਦੇ ਵਿੱਚ ਅਨੇਕਾਂ ਹਜ਼ਾਰਾਂ ਲੋਕ ਸ਼ਹੀਦ ਹੋਏ। ਸਾਡੇ ਗੁਰੂਆਂ ਤੱਕ ਨੇ ਆਪਣੀ ਇੱਕ ਵੱਖਰੀ ਆਇਡੈਂਟੀਟੀ ਦੇ ਲਈ ਮਤਲਬ ਕਿੱਡੇ ਅਸੀਂ ਕੁਰਬਾਨੀਆਂ ਕੀਤੀਆਂ ਨੇ। ਸੋ ਇਹ ਸਾਰਾ ਕੁਝ ਉਹ ਬੰਦਾ ਕਹਿ ਰਿਹਾ, ਮੋਹਨ ਭਾਗਵਤ। ਤੇ ਮੋਹਨ ਭਾਗਵਤ ਦੇ ਨਾਲ ਤੁਸੀਂ ਫੋਟੋ ਦੇਖ ਸਕਦੇ ਹੋ ਦਰਸ਼ਨ ਗਰੇਵਾਲ ਜੀ ਦੀ, ਬਿਕੋਜ਼ ਦੇ ਆਰ ਵੈਰੀ ਪ੍ਰਾਊਡ ਮੈਂਬਰ ਆਫ ਬੀਜੇਪੀ ਐਂਡ ਆਰਐਸਐਸ। ਇਸ ਤੋਂ ਵੀ ਅਗਲੀ ਇੰਟਰਸਟਿੰਗ ਆ, ਜਿਹੜੇ ਦਰਸ਼ਨ ਗਰੇਵਾਲ ਨੇ, ਇਹਨਾਂ ਦੇ ਜਿਹੜੇ ਰੀਅਲ ਬ੍ਰਦਰ ਨੇ, ਹੀ ਇਜ਼ ਅ ਬੀਜੇਪੀ ਲੀਡਰ ਇਨ ਪੰਜਾਬ। ਉਹ ਪੰਜਾਬ ਦੇ
ਕਾਫੀ ਸਮਾਂ ਵਾਈਸ ਪ੍ਰਧਾਨ ਰਹੇ ਨੇ ਤੇ ਜਿਹੜੀ ਨੈਸ਼ਨਲ ਐਗਜ਼ੈਕਟਿਵ ਕਮੇਟੀ ਹੈ ਬੀਜੇਪੀ ਦੀ ਉਹਦੇ ਵੀ ਮੈਂਬਰ ਨੇ ਤੇ ਹੋਰ ਵੀ ਵੱਡੇ ਵੱਡੇ ਅਹੁਦਿਆਂ ਦੇ ਉੱਤੇ ਰਹੇ ਨੇ। ਤੇ ਜਦੋਂ ਕਿਸਾਨ ਅੰਦੋਲਨ ਦੀਆਂ ਗੱਲਾਂ ਚੱਲ ਰਹੀਆਂ ਸੀ, ਅਖੌਤੀ ਪੰਥਕ ਦੇ ਜਿਹੜੇ ਹਰਮੀਤ ਸਿੰਘ ਗਿੱਲ ਨੇ, ਉਹਨਾਂ ਨੇ ਕੱਲ ਇੱਕ ਪਰਸੋਂ ਇੱਕ ਨਿੱਜੀ ਟੀਵੀ ਚੈਨਲ ਨੂੰ ਇੰਟਰਵਿਊ ਦੇ ਵਿੱਚ ਕਿਸਾਨ ਅੰਦੋਲਨ ਦੀ ਗੱਲ ਰੱਖੀ। ਤਾਂ ਉਹਨਾਂ ਨੂੰ ਮੈਂ ਇਹ ਦੱਸਣਾ ਚਾਹਾਂਗਾ ਕਿ ਤੁਸੀਂ ਇਹ ਗੱਲਾਂ ਤਾਂ ਲੋਕਾਂ ਤੋਂ ਲੁਕਾਓ, ਅਸੀਂ ਦੱਸਾਂਗੇ, ਲੋਕਾਂ ਨੂੰ ਦੱਸ ਵੀ ਰਹੇ ਹਾਂ ਕਿ ਤੁਹਾਡੇ ਜਿਨ੍ਹਾਂ ਨਾਲ ਤੁਸੀਂ ਬੈਠ ਕੇ ਐਸੋਸੀਏਸ਼ਨਸ ਕਰ ਰਹੇ ਹੋ, ਜਿਨ੍ਹਾਂ ਦੇ ਨਾਲ ਤੁਸੀਂ ਗੁਰਦੁਆਰਾ ਪ੍ਰਬੰਧ ਕੰਟਰੋਲ ਕਰਨਾ ਚਾਹੁੰਦੇ ਹੋ, ਉਹਨਾਂ ਦੀ ਕਿਸਾਨਾਂ ਪ੍ਰਤੀ ਕੀ ਸੋਚ ਸੀ ਤੇ ਕੀ ਸੋਚ ਹੈ, ਆ ਵੀ ਸੁਣ ਲਓ ਤੁਸੀਂ। ਪੰਜਾਬ ਬੀਜੇਪੀ ਆਗੂ ਹਰਜੀਤ ਗਰੇਵਾਲ ਦਾ ਕਿਸਾਨਾਂ ਦੇ ਉੱਪਰ ਇੱਕ ਵਾਰ ਫਿਰ ਤੋਂ ਇਲਜ਼ਾਮ ਲਗਾਏ ਨੇ। ਉਹਨਾਂ ਨੇ ਕਿਹਾ ਕਿ ਇਹ ਕਿਸਾਨ ਨਹੀਂ, ਕ੍ਰਿਮੀਨਲ ਨੇ। इन पे मुकदमे दर्ज होने चाहिए या नहीं, ये क्रिमिनल है। ਕਿੰਨੀ ਘਟੀਆ ਗੱਲ ਆ ਕਿ ਜਿਹੜੀ ਸਰਕਾਰ ਨੇ ਸਾਡੇ ਇੰਨੇ ਕਿਸਾਨ ਸ਼ਹੀਦ ਕਰਾਏ, ਉਹਨਾਂ ਦੇ ਨੁਮਾਇੰਦਿਆਂ ਨੂੰ ਸੱਦ ਕੇ ਇਸ ਰੁਪਏ ਦੇ ਰਹੇ ਆ। ਰਾਮਦੇਵ ਨਹੀਂ ਉਹਦਾ ਚੁੰਨੀ ਪਾ ਕੇ ਭੱਜਿਆ ਸੀ, ਇਸ ਤਰ੍ਹਾਂ ਇਹਨਾਂ ਦਾ ਚੋਰੀ ਚਾਰੀ ਇਹਦੇ ਜਿਹੜੇ ਹਾਈ ਕਮਿਸ਼ਨ ਦੇ ਆਸ਼ਿਕ ਆ ਸਾਡੇ। ਇੱਥੇ ਇਹ ਵੀ ਦੱਸਣਾ ਬਣਦਾ ਹੈ ਕਿ ਜਿਹੜੀ ਇਸ ਅਖੌਤੀ ਪੰਥਕ ਦੇ ਵਿੱਚ ਐਸੋਸੀਏਸ਼ਨਸ ਦੇ ਵਿੱਚ ਪੁਰਾਣੇ ਅਲਾਈਜ਼ ਨੇ, ਜਿਵੇਂ ਸਰਦਾਰ ਹਿੰਮਤ ਸਿੰਘ ਸੋਹੀ ਨੇ, ਜਿਨ੍ਹਾਂ ਦਾ ਇੱਕ ਬੜਾ ਵੱਡਾ ਪੁਰਾਣਾ ਇਤਿਹਾਸ ਹੈ। ਸਰਦਾਰ ਹਿੰਮਤ ਸਿੰਘ ਸੋਹੀ ਦੇ ਉੱਤੇ ਇੱਕ ਵਾਰ ਬਹੁਤ ਵੱਡਾ ਰੌਲਾ ਪਿਆ ਸੀ ਜਦੋਂ ਇਹਨਾਂ ਨੇ ਇੱਕ RSS ਦੇ ਫੰਕਸ਼ਨ 'ਚ ਜਾ ਕੇ ਉੱਥੇ ਦੀਵੇ ਜਗਾਏ ਸੀ, ਜਿੱਥੇ ਗੁਰੂ ਸਾਹਿਬਾਨਾਂ ਦੀਆਂ ਫੋਟੋਆਂ ਨੂੰ ਨਾਰਮਲ ਦੇਸ਼ ਭਗਤਾਂ ਦੇ ਨਾਲ ਕੰਪੈਰੀਜ਼ਨ ਕਰਕੇ ਦਿਖਾਇਆ ਗਿਆ ਸੀ। ਸੋ ਇਹ ਵੀ ਇੱਕ ਸ਼ਾਇਦ ਇਹੀ ਰਾਈਟ ਐਸੋਸੀਏਸ਼ਨ ਬਣਦੀ ਹੋਵੇ RSS ਦੀ ਕਿ ਆਪਣੇ ਪੁਰਾਣੇ ਤੇ ਜਿਹੜੇ ਆਪਣੇ ਨਵੇਂ ਯੰਗ ਚਿਹਰੇ ਜਿਹੜੇ ਉਹ ਅੱਗੇ ਕਰ ਰਹੇ ਨੇ, ਉਹਨਾਂ ਨੂੰ ਵਰਤਦੇ ਹੋਏ ਉਹ ਗੁਰਦੁਆਰਾ ਸਾਹਿਬ ਦਾ ਪ੍ਰਬੰਧ ਹੈ ਜਿਹੜਾ ਉਹ ਆਪਣੇ ਹੱਥਾਂ 'ਚ ਲੈਣਾ ਚਾਹੁੰਦੇ ਨੇ। ਕਈ ਸਾਲ ਪਹਿਲਾਂ ਜਦੋਂ ਸਰਦਾਰ ਹਿੰਮਤ ਸਿੰਘ ਸੋਹੀ ਪ੍ਰਧਾਨ ਹੁੰਦੇ ਸੀ ਤਾਂ ਇਹਨਾਂ ਦੇ ਆਪਣੇ ਕਮੇਟੀ ਮੈਂਬਰ ਬੀਬੀ ਸਰਬਜੀਤ ਕੌਰ ਨੇ ਇੱਕ ਬਹੁਤ ਵੱਡਾ ਇਲਜ਼ਾਮ ਲਗਾ ਕੇ ਮੀਡੀਆ ਨੂੰ ਇੱਕ ਈਮੇਲ ਦੇ ਰਾਹੀਂ ਉਹਨਾਂ ਨੇ ਆਪਣੇ ਇਤਰਾਜ਼ ਜਤਾਏ ਸੀ ਤੇ ਅਸਤੀਫਾ ਦੇ ਦਿੱਤਾ ਸੀ। ਉਹਨਾਂ ਨੇ ਕਿਹਾ ਸੀ ਕਿ ਜਿਹੜੇ ਹਿੰਮਤ ਸਿੰਘ ਸੋਹੀ ਤੇ ਇਹਨਾਂ ਦਾ ਪੂਰਾ ਗਰੁੱਪ ਹੈ ਉਹ ਹਿੰਦੁਸਤਾਨ ਦੀ ਸਰਕਾਰ ਦੇ ਇਸ਼ਾਰਿਆਂ ਤੇ ਕੰਮ ਕਰਦਾ। ਨਾਲ ਹੀ ਉਹਨਾਂ ਨੇ ਕਿਹਾ ਸੀ ਕਿ ਇਹ ਸ਼ਹੀਦ ਸਿੰਘਾਂ ਦੇ ਜਿਹੜੇ ਦਿਹਾੜੇ ਨੇ ਉਹ ਨਹੀਂ ਮਨਾਉਣ ਦਿੰਦੇ, ਇੱਥੋਂ ਤੱਕ ਕਿ ਬੱਚਿਆਂ ਨੂੰ ਗੱਤਕਾ ਨਹੀਂ ਖੇਲਣ ਦਿੰਦੇ। ਉਸ ਸਮੇਂ ਦੀਆਂ ਰਿਪੋਰਟਾਂ ਤੁਸੀਂ ਦੇਖ ਸਕਦੇ ਹੋ ਜਿਹੜੀਆਂ ਅਖਬਾਰਾਂ ਦੇ ਵਿੱਚ ਛਪੀਆਂ, ਤੇ ਇਹ ਇੰਗਲੈਂਡ ਦੇ ਵਿੱਚ ਇੱਕ ਬੜਾ ਵੱਡਾ ਮੁੱਦਾ ਸੀ। ਇਹ ਸਾਰੀਆਂ ਗੱਲਾਂ ਦੱਸਣ ਦਾ ਤੁਹਾਨੂੰ ਕਾਰਨ ਇਹ ਹੈ ਕਿ ਤੁਹਾਨੂੰ ਸਹੀ ਤੇ ਗਲਤ ਦੀ ਪਹਿਚਾਣ ਹੋ ਸਕੇ। ਆਪਣੇ ਆਪ ਨੂੰ ਅਖੌਤੀ ਪੰਥਕ ਕਹਾਉਣ ਵਾਲੇ ਇਹ ਗੁਰੂ ਘਰਾਂ ਬਾਰੇ ਕੀ ਸੋਚਦੇ ਨੇ, ਤੁਸੀਂ ਆ ਸੁਣੋ ਜਰਾ। ਜਿਹੜੇ ਜੁੜੇ ਹੋਏ ਆ, ਗਿੱਜੇ ਹੋਏ, ਉੱਥੇ ਆਉਣਾ, ਨਾਲੇ ਉੱਥੇ ਆ ਕੇ ਗੱਡੀ ਲਾ ਕੇ ਅੰਦਰ ਜਾ ਕੇ ਬੜਾ ਸੌਖਾ ਆ, ਕੋਈ ਪੌੜੀ ਨਹੀਂ ਚੜ੍ਹਨੀ ਪੈਂਦੀ ਆ, ਤੇ ਨਾਲੇ ਉਹਦਾ ਅੱਡਾ ਇੱਕ ਟਿਕਾਣੇ ਤੇ ਆ, ਅੱਡਾ ਇੱਕ ਟਿਕਾਣੇ ਤੇ ਆ, ਅੱਡਾ ਇੱਕ ਟਿਕਾਣੇ ਤੇ ਆ। ਮੈਂ ਹੈਰਾਨ ਆ ਕਿ ਗੁਰਦੁਆਰੇ ਨੂੰ ਕੋਈ ਬੰਦਾ ਅੱਡਾ ਨਹੀਂ ਕਹਿ ਸਕਦਾ। ਅੱਡੇ ਇਹਨਾਂ ਨੂੰ ਦੱਸਣਾ ਚਾਹਾਂਗਾ ਮੈਂ, ਅੱਡੇ ਸ਼ਰਾਬ ਦੇ ਹੁੰਦੇ ਨੇ, ਜੂਏਖਾਨੇ ਦੇ ਹੁੰਦੇ ਨੇ, ਬੱਸਾਂ ਦੇ ਹੁੰਦੇ ਨੇ, ਹਵਾਈ ਜਹਾਜ਼ ਦੇ ਹੁੰਦੇ ਨੇ, ਅਯਾਸ਼ੀਆਂ ਦੇ ਅੱਡੇ ਹੁੰਦੇ ਨੇ, ਗੁਰੂਦੁਆਰਿਆਂ ਦੇ ਅਸਥਾਨ ਹੁੰਦੇ ਨੇ। ਅਖੌਤੀ ਪੰਥਕਾਂ ਨੂੰ ਸਾਡੇ ਸਿੰਬਲਸ ਬਾਰੇ ਕਿੰਨਾ ਕੁ ਗਿਆਨ ਹੈ, ਕਿੰਨਾ ਕੁ ਸਤਿਕਾਰ ਹੈ, ਇਹ ਤੁਸੀਂ ਥੋੜਾ ਜਿਹਾ ਸੁਣ ਲਿਆ। ਸਰੋਪੇ ਬਾਰੇ ਕੀ ਸੋਚਦੇ ਨੇ ਇਹ ਵੀ ਤੁਸੀਂ ਸੁਣ ਲਓ। ਇਹਦੇ ਬਾਰੇ ਮੈਂ ਕੋਈ ਕਮੈਂਟ ਨਹੀਂ ਕਰਨਾ, ਬਟ ਆਈ ਵਾਂਟ ਟੂ ਨੋ ਵਨ ਥਿੰਗ, ਡੂ ਦੇ ਰੀਅਲੀ ਡਿਜ਼ਰਵ ਲੀਡਰਸ਼ਿਪ? ਸਵਾਲ ਪੁੱਛਣੇ ਚਾਹੀਦੇ, ਜਵਾਬ ਮੰਗਣੇ ਚਾਹੀਦੇ ਤੇ ਮੰਗਾਂ ਉਹਨਾਂ ਦੇ ਸਾਹਮਣੇ ਦੇਣੀਆਂ ਚਾਹੀਦੀਆਂ। ਪਰ ਸਰੋਪਾ ਦੇਣਾ ਉਹ ਹੋਰ ਗੱਲ ਆ, ਉਹ ਤਾਂ ਚਾਪਲੂਸੀ ਹੁੰਦੀ ਆ। ਸਰੋਪਾ ਦੇਣਾ ਉਹ ਹੋਰ ਗੱਲ ਆ, ਉਹ ਤਾਂ ਚਾਪਲੂਸੀ ਹੁੰਦੀ ਆ। ਹਾਲੇ ਤਾਂ RSS ਪਾਵਰ ਦੇ ਵਿੱਚ ਆਈ ਨਹੀਂ, ਉਸ ਨੇ ਆਪਣੇ ਰੰਗ ਢੰਗ ਦਿਖਾਉਣੇ ਸ਼ੁਰੂ ਕਰ ਦਿੱਤੇ। ਅਖੌਤੀ ਪੰਥਕ ਇਕੱਠ ਜਿਸ ਦਿਨ ਕੀਤਾ, ਜਿਸ ਵਿੱਚ RSS ਤੇ BJP ਦੇ ਲੀਡਰ ਆਏ, ਪਰ ਜਦੋਂ ਲੋਕਾਂ ਨੂੰ ਆਪਣੀਆਂ ਪਿਕਚਰਸ ਪਬਲਿਸਾਈਜ਼ ਕੀਤੀਆਂ, ਪ੍ਰੈਜ਼ੈਂਟ ਕੀਤੀਆਂ, ਉਹਦੇ 'ਚ ਝੂਠ ਬੋਲਿਆ, ਉਹਦੇ 'ਚ ਝੂਠ ਰਿਪਰੈਜ਼ੈਂਟੇਸ਼ਨ ਆਫ ਰਿਐਲਿਟੀ ਹੈ ਉਹ ਚੇਂਜ ਕਰਨ ਦੀ ਕੋਸ਼ਿਸ਼ ਕੀਤੀ। ਤੁਸੀਂ ਦੇਖ ਸਕਦੇ ਹੋ ਕਿ ਜਿਹੜੇ ਉਹ ਲੀਡਰ ਨੇ ਉਹਨਾਂ ਦੀਆਂ ਸ਼ਕਲਾਂ ਕੱਟ ਕੇ ਉਹਨਾਂ ਦੀ ਜਗ੍ਹਾ ਕੋਈ ਹੋਰ ਸ਼ਕਲਾਂ ਲਾ ਦਿੱਤੀਆਂ। ਪਰ ਦੋਸਤੋ, ਜਿਨ੍ਹਾਂ ਨੇ ਫੜਨਾ ਉਹਨਾਂ ਦੀ ਨਿਗਾਹ ਬਾਜ ਅੱਖ ਵਾਲੀ ਹੁੰਦੀ ਆ, ਫੜ ਹੀ ਲੈਂਦੇ ਨੇ। ਬਿਲਕੁਲ ਉੱਦਾਂ ਹੀ ਜਿੱਦਾਂ ਨੰਬਰ 2 ਇਹਨਾਂ ਨੇ ਨਿਸ਼ਾਨ ਸਾਹਿਬ ਦੇ ਨੇੜੇ ਖੜ ਕੇ ਫੋਟੋਆਂ ਖਿਚਾਈਆਂ ਜੁੱਤੀਆਂ ਪਾ ਕੇ, ਪਰ ਜਦੋਂ ਉਹ ਚੀਜ਼ਾਂ ਪਬਲਿਸਾਈਜ਼ ਕਰਨ ਦੀ ਗੱਲ ਆਈ ਤਾਂ ਥੱਲੋਂ ਲੱਤਾਂ ਕੱਟ ਦਿੱਤੀਆਂ ਤਾਂ ਕਿ ਸ਼ੂਜ਼ ਨਾ ਦਿਸਣ। ਸੋ ਸਾਰੀਆਂ ਸਿੱਖ ਸੰਗਤਾਂ ਨੂੰ ਜਿਹੜੇ ਆ ਫੈਕਟਸ ਐਂਡ ਫਿਗਰਸ ਆਪਾਂ ਦਿਖਾਏ ਨੇ, ਇਹ ਦੱਸਿਆ ਕਿ ਜਿਹੜੇ ਅਖੌਤੀ ਪੰਥਕ ਦੇ ਰੂਪ ਦੇ ਵਿੱਚ BJP RSS ਕਿੱਦਾਂ ਗੁਰਦੁਆਰਾ ਦਾ ਕੰਟਰੋਲ ਕਰਨਾ ਚਾਹੁੰਦੀ ਹੈ। ਇਸ ਦਾ ਨਿਰਣਾ ਇਹ ਤੁਸੀਂ ਖੁਦ ਲੈਣਾ, ਅਸੀਂ ਤੁਹਾਨੂੰ ਸੱਚਾਈ ਦੱਸ ਦਿੱਤੀ ਹੈ। ਹੁਣ 2 ਅਕਤੂਬਰ ਨੂੰ ਫੈਸਲਾ ਤੁਸੀਂ ਖੁਦ ਕਰੋ, ਤੁਸੀਂ ਸ਼ੇਅਰ ਗਰੁੱਪ ਨੂੰ ਜਿਤਾਉਣਾ ਚਾਹੁੰਦੇ ਹੋ ਜਾਂ RSS ਨੂੰ ਜਿਤਾਉਣਾ ਚਾਹੁੰਦੇ ਹੋ। ਸੋ ਇਹ ਹੁਣ ਤੁਹਾਡਾ ਆਪਣਾ ਡਿਸੀਜਨ ਹੈ। ਸਾਡਾ ਕੰਮ ਇੱਥੇ ਖਤਮ ਹੁੰਦਾ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।